328 ਪਾਵਨ ਸਰੂਪ ਗੁੰਮ ਹੋਣ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਅੱਗ 'ਚ ਘਿਓ ਪਾਉਣ ਦਾ ਕੰਮ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਉਸ ਬਿਆਨ ਨੇ ਕੀਤਾ ਹੈ ਜਿਸ ਵਿੱਚ ਉਹ 14 ਸਤੰਬਰ ਨੂੰ ਮੰਜੀ ਸਾਹਿਬ ਸਿੱਖਾਂ ਦੇ ਇਕੱਠ ਨੂੰ ਨਾ ਕਰਨ ਦੀ ਗੱਲ ਕਰ ਰਹੇ ਨੇ। ਸਿੱਖ ਜਗਤ ਵਿੱਚ ਭਾਰੀ ਰੋਸ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਦਮਦਮੀ ਟਕਸਾਲ ਤਲਵੰਡੀ ਬਖਤਾ ਗੁਰਦੁਆਰਾ ਗੁਰਪ੍ਰਸਾਦ ਦੇ ਮੁੱਖ ਸੇਵਾਦਾਰ ਭਾਈ ਲਹਿਣਾ ਸਿੰਘ ਵੱਲੋਂ ਪ੍ਰਧਾਨ ਲੌਂਗੋਵਾਲ ਡਾਕਟਰ ਰੂਪ ਸਿੰਘ ਤੇ ਅੰਤਰਗਤ ਕਮੇਟੀ ਨੂੰ ਪਾਣੀ ਪੀਪੀ ਕੋਸਿਆ ਗਿਆ। 14 ਸਤੰਬਰ ਨੂੰ ਮੰਜੀ ਸਾਹਿਬ ਦੋ ਤਰ੍ਹਾਂ ਦੇ ਸਿੱਖ ਮਿਲਣਗੇ। ਇੱਕ 328 ਸਰੂਪਾਂ ਦੇ ਅਸਲੀ ਗੁਨਾਹਗਾਰਾਂ ਨੂੰ ਸਜ਼ਾ ਦੀ ਮੰਗ ਕਰਨਗੇ ਤੇ ਸਰੂਪਾਂ ਬਾਰੇ ਜਾਣਕਾਰੀ ਲੈਣਗੇ ਕਿ ਉਹ ਕਿੱਥੇ ਨੇ, ਤੇ ਦੂਸਰੇ ਸਿੱਖ ਉਹ ਹੋਣਗੇ ਜੋ ਗੁਰੂ ਤੇ ਦੋਖੀਆਂ ਨੂੰ ਬਚਾਉਣ ਲਈ ਇਕੱਠ ਨੂੰ ਰੋਕਣਗੇ। ਤਕਰਾਰ ਝੜਪ 'ਚ ਵੀ ਬਦਲ ਸਕਦੀ ਹੈ। ਦਮਦਮੀ ਟਕਸਾਲ ਤਲਵੰਡੀ ਬਖਤਾ ਦੇ ਸਿੰਘ ਕਿਸੇ ਵੀ ਕੁਰਬਾਨੀ ਤੇ ਕਿਸੇ ਵੀ ਸ਼ਹਾਦਤ ਲਈ ਤਿਆਰ ਰਹਿਣਗੇ। ਜਦ ਤੱਕ ਅਸਲੀ ਦੋਸ਼ੀ ਸਾਹਮਣੇ ਨਹੀਂ ਆਉਂਦੇ ਤੇ ਸਜ਼ਾਵਾਂ ਨਹੀਂ ਮਿਲਦੀਆਂ, ਗੁਰੂ ਦੇ ਪਿਆਰਿਆਂ ਨੂੰ ਚੈਨ ਨਹੀਂ ਆਵੇਗਾ। ਇਹ ਜਿਸ ਤਰ੍ਹਾਂ ਹੀ ਪਹਿਲਾਂ ਦੱਸਿਆ ਨਾ ਵੀ ਇੱਕ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਰੂਪ ਜਿਹੜੇ ਗੁੰਮ ਹੋਏ ਨੇ ਉਹਦੇ ਰੋਸ ਵਜੋਂ, ਤੇ ਦੂਸਰਾ ਹੁਣ ਜੋ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੈ 14 ਸਤੰਬਰ ਦਾ, ਉਹਦੇ ਸਬੰਧ ਵਿੱਚ ਵੀ ਆ। ਕਿਉਂਕਿ ਅਸੀਂ ਬੇਨਤੀ ਕੀਤੀ ਹੈ ਵੀ ਅਸੀਂ ਬੇਨਤੀ ਹੁਣੇ ਹੀ ਇਹ ਕਰਕੇ ਹਟੇ ਵੀ ਕੋਈ ਵੀ ਸਿੱਖ ਆਵਾਜ਼ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ। ਕੋਈ ਵੀ ਇੱਕ ਵੀ ਸਿੱਖ ਜੇ ਪ੍ਰੋਗਰਾਮ ਦਿੰਦਾ ਹੈ ਨਾ, ਅਸੀਂ ਉਹਦੇ ਨਾਲ ਖੜੇ ਹਾਂ। ਤੇ ਇਹ ਤੇ ਸਿੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ, ਖਾਸ ਕਰਕੇ ਉਹਨਾਂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਜਿਹੜੀਆਂ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸਤਿਕਾਰ ਦੇ ਲਈ ਹਰਦਮ ਤਤਪਰ ਰਹਿੰਦੀਆਂ ਨੇ। ਇਸ ਕਰਕੇ ਦਮਦਮੀ ਟਕਸਾਲ ਤਲਵੰਡੀ ਬਖਤਾ ਉਹਨਾਂ ਦੇ ਨਾਲ ਬਿਲਕੁਲ ਖੜੇਗੀ ਔਰ ਉੱਥੇ ਪਹੁੰਚੇਗੀ। 14 ਤਰੀਕ ਨੂੰ ਇਹਨਾਂ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਝੜਪ ਵੀ ਹੋ ਸਕਦੀ ਹੈ, ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਹੋ ਸਕਦਾ ਹੈ। ਤਾਂ ਉਸ ਮੌਕੇ ਤੇ ਐਸੀ ਹਾਲਤ ਹੋਏਗੀ, ਆਪਾਂ ਖੜਾਂਗੇ ਕਿ ਜਾਂ ਵਾਪਸ ਆ ਜਾਣਗੇ ਦੌੜਾਂਗੇ? ਵੇਖੋ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਈ, ਗੁਰਦੁਆਰਿਆਂ ਦੀ ਮਰਿਆਦਾ ਦੇ ਲਈ, ਤੁਸੀਂ ਨਨਕਾਣਾ ਸਾਹਿਬ ਦਾ ਇਤਿਹਾਸ ਸੁਣਿਆ ਆਪਾਂ ਸਾਰੇ ਜਾਣਦੇ ਹਾਂ ਕਿਸ ਤਰੀਕੇ ਨਾਲ ਕੁਰਬਾਨੀਆਂ ਕਰਕੇ ਨਨਕਾਣਾ ਸਾਹਿਬ ਜੀ ਨੂੰ ਆਜ਼ਾਦ ਕਰਾਇਆ ਗਿਆ। ਇਹ ਸ਼੍ਰੋਮਣੀ ਕਮੇਟੀ ਵੀ ਸਮਝਦੀ ਹੈ ਵੀ ਇਸ ਮਸਲੇ ਤੇ ਆਪਾਂ ਸਿੱਖ ਜਥੇਬੰਦੀਆਂ ਨਾਲ ਨਹੀਂ ਅੜਨਾ, ਉਹ ਔਰ ਮੈਨੂੰ ਯਕੀਨ ਹੈ ਵੀ ਨਹੀਂ ਅੜੇਗੀ। ਪਰ ਜੇ ਮੰਨ ਲਓ, ਕਈ ਵਾਰੀ ਹੁੰਦਾ ਜਦੋਂ ਬੰਦੇ ਦੀ ਮਾਤੀ ਮਾਰੀ ਜਾਵੇ, ਮੰਨ ਲਓ ਜੇ ਅੜਦੀ ਹੈ ਤੇ ਸੰਗਤਾਂ ਬਿਲਕੁਲ ਡਟ ਕੇ ਖੜੀਆਂ। ਇਹੋ ਜਿਹੇ ਕਿਸੇ ਵੀ ਤਰ੍ਹਾਂ ਦਾ ਸੰਗਤ ਦੇ ਮਨ ਵਿੱਚ ਕੋਈ ਡਰ ਨਹੀਂ ਹੈ। ਮਹਾਰਾਜ ਜੀ ਦੇ ਸਤਿਕਾਰ ਲਈ ਸੰਗਤ ਹਰੇਕ ਤਰ੍ਹਾਂ ਦਾ ਮਸਲਾ ਜਿਹੜਾ ਵਾ ਉੱਥੇ ਸੁਲਝਾਉਣ ਦੇ ਸਮਰੱਥ ਹੈ। ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਦਾ ਕਹਿਣਾ ਕਿ ਮੰਜੀ ਸਾਹਿਬ ਤੇ ਆਗਿਆ ਨਹੀਂ ਦਿੱਤੀ ਜਾਏਗੀ ਇਹ ਪ੍ਰੋਗਰਾਮ ਕਰਨ ਦੀ। ਮੰਜੀ ਸਾਹਿਬ ਦੇਖੋ, ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਦਾ ਨਹੀਂ ਹੈ। ਮੰਜੀ ਸਾਹਿਬ ਜਿਹੜਾ ਸਥਾਨ ਹੈ ਉਹ ਸਾਡੇ ਗੁਰੂਆਂ ਦੀ ਸਾਡੀ ਧਰੋਹਰ ਹੈ। ਔਰ ਫਿਰ ਵੀ ਸਿੱਖ ਜਥੇਬੰਦੀਆਂ ਜੇ ਪੰਥ ਉੱਥੇ ਕੋਈ ਪ੍ਰੋਗਰਾਮ ਨੂੰ ਕੋਈ ਤਬਦੀਲੀ ਕਰਦਾ ਹੈ ਤੇ ਅਸੀਂ ਪੰਥ ਦੇ ਨਾਲ ਖੜੇ ਹਾਂ, ਵਰਨਾ ਮੰਜੀ ਸਾਹਿਬ ਜਾਣ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। 328 ਪਾਵਨ ਸਰੂਪ ਜਿਹੜੇ ਨੇ ਉਹ ਗੁੰਮ ਹੋਏ ਨੇ ਕਿ ਗਿਣਤੀ ਹੋਈ? ਜਿੱਦਾਂ ਸਾਹਮਣੇ ਆਇਆ ਵੀ ਗੁੰਮ ਹੋਏ, ਇਹ ਗੁੰਮ ਹੋਣਾ ਵੀ ਬੇਅਦਬੀ ਆ। ਇਹ ਵੀ ਬਹੁਤ ਵੱਡੀ ਬੇਅਦਬੀ ਆ। ਵੇਖੋ ਨਾ ਵੀ ਜਿਹੜੀ ਸੰਸਥਾ ਕੰਮ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਂਭ ਸੰਭਾਲ ਲਈ ਕਰ ਰਹੀ ਹੈ, ਔਰ ਉਹ ਕੋਈ ਕਿਲਾ ਨਿੱਕਾ ਨਹੀਂਗਾ, ਉਹ ਬਹੁਤ ਵੱਡਾ ਕਿਲਾ ਹੈ, ਉੱਥੇ ਬਹੁਤ ਵੱਡੀ ਸਿਕਿਉਰਿਟੀ ਆ। ਇੱਦਾਂ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਉਹ ਇਹ ਨਹੀਂ ਵੀ ਕਿਸੇ ਕਮਰੇ 'ਚ ਕਿਸੇ ਮਤਲਬ ਆਮ ਇਲਾਕੇ ਦੇ ਵਿੱਚ ਪਏ ਨੇ ਜਿੱਥੇ ਲਾਗੇ ਕੋਈ ਨਹੀਂ ਹੈਗਾ। ਉਹ ਬਹੁਤ ਵੱਡਾ ਭਵਨ ਹੈ, ਸ਼੍ਰੋਮਣੀ ਕਮੇਟੀ ਦੀ ਉੱਥੇ ਜ਼ਿੰਮੇਵਾਰੀ ਆ। ਉੱਥੋਂ ਮਹਾਰਾਜ ਦੇ ਸਰੂਪ ਗਏ ਨੇ, ਉਹ ਬੇਅਦਬੀ ਹੋਈ ਆ। ਇਹਨੂੰ ਪੰਥ ਖਾਲਸਾ ਬੇਅਦਬੀ ਮੰਨਦਾ ਹੈ। 14 ਸਤੰਬਰ ਨੂੰ ਜਦੋਂ ਸਿੱਖ ਜਥੇਬੰਦੀਆਂ ਪਹੁੰਚਣਗੀਆਂ, ਰੁਕਣ ਵਾਲੇ ਵੀ ਸਿੱਖ ਹੋਣਗੇ। ਹੁਣ ਦੋ ਤਰ੍ਹਾਂ ਦੇ ਉੱਥੇ ਸਿੱਖ ਖੜ ਗਏ ਨੇ, ਇੱਕ ਸਿੱਖ ਵਿਰੋਧ ਕਰ ਰਹੇ ਨੇ, ਇੱਕ ਸਿੱਖ ਉਸ ਵਿਰੋਧ ਨੂੰ ਰੋਕ ਰਹੇ ਨੇ। ਯਾਨੀ ਕਿ ਇੱਕ ਗੁਰੂ ਦੇ ਵਾਸਤੇ ਲੜ ਰਹੇ ਨੇ, ਇੱਕ ਕਹਿੰਦੇ ਤੇ ਸਿੱਖ ਨੇ ਉਹ ਵੀ ਆਪਣੇ ਆਪ ਨੂੰ, ਪਰ ਉਹ ਕਹਿ ਰਹੇ ਨੇ ਕਿ ਤੁਸੀਂ ਇਨਸਾਫ ਨਾ ਮੰਗੋ, ਤੁਸੀਂ ਗੁਰੂ ਸਾਹਿਬ ਵਾਸਤੇ ਹੱਕ ਦੀ ਆਵਾਜ਼ ਨਾ ਉਠਾਓ। ਕਿਸ ਨਜ਼ਰੀਏ ਨਾਲ ਦੇਖ ਰਹੇ ਸਿੱਖ ਨੂੰ? ਵੇਖੋ, ਪਹਿਰਾਵਾ ਜਿਹੜਾ ਵਾ, ਪਹਿਰਾਵਾ ਸਿੱਖ ਕੱਲਾ ਪਹਿਰਾਵਾ ਸਿੱਖ ਨਹੀਂ। ਅਸੀਂ ਉਹਨਾਂ ਨੂੰ ਸਿੱਖ ਨਹੀਂ ਮੰਨਦੇ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਹੀ ਨਾ ਕਰੋ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਹੀ ਨਹੀਂ ਕਰ ਸਕਦਾ, ਉਹ ਕਾਹਦਾ ਸਿੱਖ ਆ? ਫਿਰ ਆਪਾਂ ਉਹਨਾਂ ਸ਼ਹੀਦਾਂ ਨੂੰ ਕੀ ਕਵਾਂਗੇ ਜਿਨ੍ਹਾਂ ਸ਼ਹੀਦਾਂ ਨੇ ਇਦਾਂ ਤੇ ਮਹੰਤ ਵੀ ਡੱਕਦੇ ਸੀ। ਜਦੋਂ ਸਰਦਾਰ ਲਛਮਣ ਸਿੰਘ ਧਾਰੋਵਾਲੀ ਸੰਗਤ ਲੈ ਕੇ ਗਏ ਆ ਉੱਥੇ,
ਤੇ ਲక్ష్ਮਣ ਮਹੰਤ ਜਿਹੜਾ ਸੀ ਉਹਨੇ ਵੀ ਡੱਕਿਆ ਸੀ ਵੀ ਇੱਥੇ ਆਓ ਨਾ, ਉਹ ਵੀ ਇਹੀਓ ਗੱਲ ਕਹਿੰਦਾ ਸੀ ਵੀ ਆ ਲੈਂਦੋ ਲక్ష్మణ ਸਿੰਘ ਨੂੰ, ਇਹਨੂੰ ਅਸੀਂ ਜਹੇਦਾਰੀ ਦੇਵਾਂਗੇ। ਕੀ ਸਿੱਖ ਪੰਥ ਨੇ ਮਹੰਤ ਨੂੰ, ਨਰੈਣੂ ਮਹੰਤ ਨੂੰ ਸਿੱਖ ਮੰਨਿਆ? ਹੁਣ ਜੋ ਗੋਬਿੰਦ ਸਿੰਘ ਦੀ ਤੁਲਨਾ ਤੁਸੀਂ ਕਿਹਦੇ ਨਾਲ ਕਰੋ? ਜੇ ਇਹਦੇ ਵਿੱਚ ਉਹ ਦੋਸ਼ੀ ਪਾਏ ਜਾਂਦੇ ਆ, ਆਉਣ ਵਾਲੇ ਸਮੇਂ 'ਚ ਜਦੋਂ ਇਨਕੁਆਇਰੀ ਹੋਵੇਗੀ ਔਰ ਵਧੀਆ ਤਰੀਕੇ ਨਾਲ ਨਿਰਪੱਖਤਾ ਦੇ ਨਾਲ ਜਦੋਂ ਇਨਕੁਆਇਰੀ ਹੋਵੇਗੀ, ਇਹਦੇ ਵਿੱਚ ਜਦੋਂ ਦੋਸ਼ੀ ਬਿਲਕੁਲ ਪਾਏ ਜਾਣਗੇ ਉਦੋਂ ਉਹ ਵੀ ਨਰੈਣੂ ਮਹੰਤ ਦੀ ਲਾਈਨ ਵਿੱਚ ਹੀ ਆਉਣਗੇ। ਗਗਨ ਟਕਸਾਲ ਜੋ ਤੁਹਾਡੀ ਵਕਤ ਹੈ, ਇਹ ਅਸਲੀ ਦੋਸ਼ੀ ਕਿਹਨੂੰ ਮੰਨਦੇ? ਇਹ ਅਸਲੀ ਦੋਸ਼ੀ ਮੰਨਦੀ ਆ ਪ੍ਰਬੰਧਕਾਂ ਨੂੰ, ਖਾਸ ਕਰਕੇ ਕਿਉਂਕਿ ਜਿਹੜਾ ਵੀ ਪ੍ਰਬੰਧਕ ਹੁੰਦਾ, ਮੇਨ ਪ੍ਰਬੰਧਕ ਹੁੰਦਾ, ਹੁਣ ਪੰਜਾਬ ਦੇ ਵਿੱਚ ਕੁਝ ਵੀ ਹੁੰਦਾ ਵਾ ਸੀਐਮ ਤੇ ਪਹੁੰਚਦਾ ਉਹ ਵੀ ਸੀਐਮ ਕੀ ਕਰ ਰਿਹਾ, ਵਿਰੋਧੀ ਧਿਰਾਂ ਹੀ ਇਹੋ ਸਵਾਲ ਉਠਾਉਂਦੀਆਂ ਨੇ ਨਾ। ਇਸ ਤਰ੍ਹਾਂ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਤੇ ਉਹਦੀ ਜਿਹੜੀ ਅੰਤਰੰਗ ਕਮੇਟੀ ਹੈ ਉਹ ਦੋਸ਼ੀ ਇਹਦੇ ਵਿੱਚ। तो 14 सितंबर ਨੂੰ ਤੁਹਾਨੂੰ ਲੱਗਦਾ ਕਿ ਐਸਜੀਪੀਸੀ ਜਾਂ ਸਮੂਹ ਸੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਹੋਵੇ, ਚਾਹੇ ਉਹ ਭਰਤੀ ਚ ਹੋਵੇ, ਚਾਹੇ ਉਹ ਸੇਵਾ ਚ ਹੋਵੇ, ਤੇ ਚਾਹੇ ਉਹ ਕਿਸੇ ਬਾਣੇ ਚ, ਕਿਸੇ ਜਥੇਬੰਦੀ ਦੇ ਬਾਣੇ ਚ ਹੋਵੇ, 14 ਸਿਤੰਬਰ ਨੂੰ ਜਿਹੜਾ ਸਿੱਖ ਹੈ ਭਰਤੀ ਵੇਖ ਕੇ ਨਹੀਂ, ਐਸਜੀਪੀਸੀ ਵੇਖ ਕੇ ਨਹੀਂ, ਉਧਰ ਛਾਨਣਾ ਲੱਗੇਗਾ, ਇੱਕ ਫਿਲਟਰ ਲੱਗੇਗਾ, ਪਤਾ ਲੱਗੇਗਾ ਕਿ ਗੁਰੂ ਵਾਲ ਕੌਣ ਹੈ ਤੇ ਗੁਰੂ ਵਾਲ ਫਿੱਟ ਕੇ ਨਹੀਂ। ਹਾਂਜੀ ਬਿਲਕੁਲ ਇਸ ਗੱਲ ਦਾ ਪਤਾ ਲੱਗੇਗਾ। ਬਰਗਾੜੀ ਵੇਲੇ ਵੀ, ਬਾਈਬਲ ਕਾਂਡ ਵੇਲੇ ਵੀ ਇੱਕ ਛਾਨਣਾ ਲੱਗਾ ਸੀ, ਉਦੋਂ ਵੀ ਪਤਾ ਲੱਗ ਗਿਆ ਸੀ ਵੀ ਕਿਹੜਾ ਗੁਰੂ ਵੱਲ ਹੈ ਤੇ ਕਿਹੜਾ ਰਾਜਨੀਤਿਕ ਲੋਕਾਂ ਵੱਲ ਹੈ, ਕਿਹੜਾ ਬੰਦਾ ਆਪਣੀਆਂ ਇਕੱਲਾ ਰੋਟੀਆਂ ਹੀ ਗੁਰੂ ਦੇ ਨਾਮ ਤੇ ਸੇਕ ਰਿਹਾ ਹੈ, ਕੇਵਲ ਵਿਖਾਵਾ ਹੀ ਕਰ ਰਿਹਾ ਹੈ, ਔਰ ਕਿਹੜੇ ਸਿੱਖ ਨੇ ਜਿਹੜੇ ਗੁਰੂ ਸਾਹਿਬ ਨੂੰ ਸਮਰਪਿਤ ਨੇ, ਇਹ ਛਾਨਣਾ ਲੱਗੇਗਾ। ਸੁੱਤੀ ਹੋਈ ਕੌਮ ਨੂੰ ਜਗਾਉਣ ਵਾਸਤੇ ਤੁਸੀਂ ਕੀ ਕਰਦੇ? ਸੁੱਤੀ ਹੋਈ ਕੌਮ ਨੂੰ ਪਹਿਲੀ ਗੱਲ ਤੇ ਗੁਰੂ ਸਾਹਿਬ ਆਪ ਹੀ ਸਮਰੱਥ ਨੇ, ਗੁਰੂ ਸਾਹਿਬ ਹੀ ਕਿਰਪਾ ਕਰਨ ਤੇ ਸੁੱਤੀ ਹੋਈ ਕੌਮ ਜਗਾ ਸਕਦੀ, ਜਾਂ ਗੁਰੂ ਸਾਹਿਬ ਕਿਰਪਾ ਕਰਨ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਮਹਾਂਪੁਰਸ਼ ਜਿਹੜੇ ਨੇ, ਭਿੰਡਰਾਂ ਵਾਲੇ ਮਹਾਂਪੁਰਖ, ਉੱਦਾਂ ਦਾ ਕੋਈ ਕੌਮ ਦਾ ਆਗੂ ਜਿਹੜਾ ਸੁੱਤੀ ਕੌਮ ਨੂੰ ਜਗਾ ਸਕਦਾ ਹੈ। ਅਸੀਂ ਤੇ ਸਾਰੀ ਸੰਗਤ ਨੂੰ, ਅਸੀਂ ਵੀ ਵਿੱਚ ਹੀ ਹਾਂ, ਇਹ ਬੇਨਤੀ ਕਰਦੇ ਹਾਂ ਵੀ ਆਪਾਂ ਸਾਰੇ ਇਕੱਠੇ ਹੋਈਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਾਸਤੇ ਅੱਗੇ ਆਈਏ, ਨਹੀਂ ਤੇ ਇਤਿਹਾਸ ਸਾਨੂੰ ਮੁਆਫ ਨਹੀਂ ਕਰੇਗਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ, ਨੈਸ਼ਨ ਪੰਜਾਬ ਟੀਵੀ।